ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਅਪਾਰ ਦਇਆ ਦ੍ਰਿਸ਼ਟੀ ਸਤਿਗੁਰਾਂ ਨੇ ਕੀਤੀ ਹੈ। ਜੋ ਅੰਮ੍ਰਿਤ ਵੇਲੇ ਦੀ ਦਾਤ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕੀਤੀ ਹੈ। ਆਪ ਜੀ ਨੇ ਪਾਵਨ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਸੋ ਸਮਾਂ ਹੈ ਸਤਿਗੁਰਾਂ ਦੀ ਪਵਿੱਤਰ ਬਾਣੀ, ਇਸ ਆਸਾ ਦੀ ਵਾਰ ਦੀ ਚੱਲ ਰਹੀ ਲੜੀਵਾਰ ਕਥਾ ਦਾ, ਜਿਸ ਦੀ ਆਪਾਂ ਪਿਛਲੇ ਦਿਨਾਂ ਤੋਂ ਆਰੰਭਤਾ ਕੀਤੀ ਹੈ। ਪਹਿਲੀ ਪੌੜੀ ਤੱਕ ਆਪਾਂ ਇਸ ਆਸਾ ਦੀ ਵਾਰ ਨੂੰ ਵਿਚਾਰ ਚੁੱਕੇ ਹਾਂ। ਅੱਜ ਦੂਸਰੀ ਪੌੜੀ ਜੋ ਸਲੋਕਾਂ ਨਾਲ, ਉਸ ਪੌੜੀ ਦੇ ਨਾਲ ਦੇ ਜਿਹੜੇ ਸਲੋਕ ਹਨ ਉਹਨਾਂ ਦੀ ਆਰੰਭਤਾ ਹੋਣ ਲੱਗੀ ਹੈ। ਤੇ ਦਾਸ ਨੇ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਸਲੋਕ ਅਤੇ ਪੌੜੀਆਂ ਹਨ, ਇਹਨਾਂ ਦੀ ਤਰਤੀਬ ਜਿਹੜੀ ਹੈ, ਪਹਿਲੋਂ ਸਲੋਕ ਤੇ ਫਿਰ ਅਖੀਰ ਤੇ ਪੌੜੀ ਦੇ ਜਾ ਕੇ ਸਮਾਪਤੀ ਹੁੰਦੀ ਹੈ। ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੀਆਂ ਵੀ ਵਾਰਾਂ ਹਨ, ਜਿਨ੍ਹਾਂ ਦੇ ਨਾਲ ਸਲੋਕ ਦਰਜ ਹਨ, ਉਹਨਾਂ ਨੂੰ ਸਲੋਕਾਂ ਤੋਂ ਆਰੰਭ ਕਰਕੇ ਤੇ ਪੌੜੀ ਤੇ ਲਿਆ ਕੇ ਉਹਨਾਂ ਦੀ ਸਮਾਪਤੀ ਕੀਤੀ ਜਾਂਦੀ ਹੈ। ਸੋ ਸਤਿਗੁਰੂ ਅੱਜ ਇਸ ਪਾਵਨ ਸਲੋਕ ਦੇ ਅੰਦਰ ਕੀ ਬਖਸ਼ਿਸ਼ਾਂ ਕਰਦੇ ਹਨ, ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਹੇ ਪਰਮੇਸ਼ਰ ਜੀ, ਹੇ ਅਕਾਲ ਪੁਰਖ ਜੀ, ਆਪ ਸੱਚੇ ਹੋ। ਤੇ ਜੇ ਆਪ ਜੀ ਸੱਚੇ ਹੋ ਤੇ ਉਹਦੀ ਪ੍ਰਮਾਣਿਕਤਾ ਕੀ ਹੈ? ਜੇ ਆਪਾਂ ਕਿਸੇ ਨੂੰ ਸੱਚਾ ਕਹਿਣਾ ਹੋਵੇ ਤੇ ਉਹਦਾ ਪ੍ਰਮਾਣ ਵੀ ਸਾਨੂੰ ਦੇਣਾ ਪੈਂਦਾ ਕਿ ਉਹ ਕਿਉਂ ਸੱਚਾ ਹੈ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ हे ਵਾਹਿਗੁਰੂ ਜੀ, हे ਪਰਮੇਸ਼ਵਰ ਜੀ, हे ਅਕਾਲ ਪੁਰਖ ਜੀ, ਤੁਸੀਂ ਸੱਚੇ ਹੋ। ਤੇ ਇਹਦੀ ਪ੍ਰਮਾਣਿਕਤਾ ਕੀ ਹੈ? ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਇਹ ਜਿੰਨੀ ਸ੍ਰਿਸ਼ਟੀ, ਇਹ ਜਿੰਨੇ ਬ੍ਰਹਮੰਡ, ਜਿੰਨੇ ਖੰਡ ਬਣਾਏ ਹਨ, ਇਹ ਵੀ ਸੱਚੇ ਹਨ। ਤੂੰ ਸੱਚਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲੱਗਦਾ ਹੈ ਕਿ ਤੇਰੀ ਬਣਾਈ ਹੋਈ ਸਾਰੀ ਕਾਇਨਾਤ, ਸਾਰੇ ਬ੍ਰਹਮੰਡ, ਇਹ ਸਾਰਾ ਕੁਝ ਸੱਚਾ ਹੈ। ਕਿਉਂ ਸੱਚਾ ਹੈ? ਇਹ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਅੱਗੇ ਜਾ ਕੇ ਬਖਸ਼ਿਸ਼ ਕਰਨਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਫਿਰ ਜਿੰਨੇ ਵੀ ਤੂੰ ਲੋਕ, ਜਿੰਨੇ ਵੀ ਭਵਨ ਸਾਜੇ ਆ, ਜਿੰਨਾ ਵੀ ਸੰਸਾਰ ਬਣਾਇਆ ਹੈ, ਸਾਰੇ ਦਾ ਸਾਰਾ 14 ਲੋਕ ਮੰਨੇ ਗਏ ਆ। ਤਿੰਨਾਂ ਲੋਕਾਂ ਦੀ ਗੱਲ ਵੀ ਹੈ, ਧਰਤੀ, ਆਕਾਸ਼, ਪਾਤਾਲ। ਕਹਿਣ ਤੋਂ ਭਾਵ ਪਰਮੇਸ਼ਰ ਜੀ, ਤੁਸੀਂ ਜਿੰਨਾ ਵੀ ਕੁਝ ਸਾਜਿਆ ਹੈ ਨਾ, ਇਹ ਸਾਰਾ ਕੁਝ ਸੱਚਾ ਹੈ। ਇਹ ਤੁਹਾਨੂੰ ਪ੍ਰਮਾਣਿਕ ਹੈ ਕਿ ਤੁਸੀਂ ਸੱਚੇ ਹੋ ਤੇ ਤੁਹਾਡਾ ਸਾਜਿਆ ਹੋਇਆ ਸਾਰਾ ਕੁਝ ਸੱਚਾ ਹੈ। ਸੱਚੇ ਤੇਰੇ ਲੋ ਸੱਚੇ ਆਕਾਰ। ਫਿਰ ਜਿੰਨੇ ਵੀ ਆਕਾਰ ਬਣਾਏ ਹਨ ਆਪ ਜੀ ਨੇ, ਕੋਈ ਕਿਸੇ ਤਰ੍ਹਾਂ ਦਾ ਹੈ, ਕੋਈ ਕਿਸੇ ਤਰ੍ਹਾਂ ਦਾ ਹੈ, ਇਹ ਸਾਰੇ ਜਿੰਨੇ ਵੀ ਆਕਾਰ, ਰੰਗ, ਰੂਪ ਜੋ ਵੀ ਬਣਿਆ ਹੋਇਆ ਸੰਸਾਰ 'ਤੇ, ਜੋ ਅਸੀਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਦੇਖਦੇ ਹਾਂ, ਉਹ ਸਾਰੇ ਦੇ ਸਾਰੇ ਆਕਾਰ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਹਨ। ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਫਿਰ हे ਪਰਮੇਸ਼ਵਰ ਜੀ, हे ਅਕਾਲ ਪੁਰਖ ਜੀ, ਫਿਰ ਤੇਰਾ ਜਿਹੜਾ ਕੰਮ ਹੈ ਨਾ, ਜਿਹੜੇ ਤੇਰੇ ਕਾਰਜ ਹਨ, ਉਹ ਵੀ ਸੱਚੇ ਹਨ। ਜਿਹੜੇ ਸੰਸਾਰ 'ਤੇ ਤੂੰ ਕਾਰਜ ਕਰਦਾ ਹੈ, ਉਹ ਕੰਮ ਵੀ ਸੱਚੇ ਹਨ। ਫਿਰ ਉਹਨਾਂ ਕੰਮਾਂ ਦੀ ਵਿਚਾਰ ਵੀ ਸੱਚੀ ਹੈ। ਜੋ ਲੋਕ ਆਪ ਜੀ ਨੂੰ ਵਡਿਆਉਂਦੇ ਹਨ ਆਪ ਜੀ ਦੇ ਕੰਮਾਂ ਕਰਕੇ, ਉਹ ਵੀ ਸੱਚਾ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸਾਰੀ ਵਿਚਾਰ ਤੇਰੀ ਸੱਚੀ ਹੈ। ਸੱਚਾ ਤੇਰਾ ਅਮਰ ਸੱਚਾ ਦੀਵਾਨ। ਫਿਰ ਪਰਮੇਸ਼ਵਰ ਜੀ, ਅਮਰ ਦਾ ਅਰਥ ਹੈ ਤੇਰਾ ਰਾਜ, ਤੇਰੀ ਪਾਤਸ਼ਾਹੀ ਸੱਚੀ ਹੈ, ਤੇਰਾ ਰਾਜ ਸੰਸਾਰ 'ਤੇ ਸੱਚਾ ਹੈ। ਸੱਚਾ ਤੇਰਾ ਅਮਰ ਸੱਚਾ ਦੀਵਾਨ। ਫਿਰ ਤੇਰੀ ਕਚਹਿਰੀ, ਜਿੱਥੇ ਤੂੰ ਜੀਵਾਂ ਦੇ ਚੰਗੇ ਮਾੜੇ ਗੁਣਾਂ ਦੀ ਵਿਚਾਰ ਕਰਦਾ ਹੈ, ਉਹ ਕਚਹਿਰੀ ਜਿਹੜੀ ਤੇਰੀ ਲੱਗੀ ਹੋਈ ਹੈ, ਉਹ ਵੀ ਸੱਚੀ ਹੈ। ਦੀਵਾਨ ਦਾ ਅਰਥ ਕਚਹਿਰੀ। ਸੱਚਾ ਤੇਰਾ ਅਮਰ, ਤੇਰਾ ਰਾਜ ਵੀ ਸੱਚਾ ਹੈ। ਸੱਚਾ ਦੀਵਾਨ, ਤੇਰੀ ਕਚਹਿਰੀ ਵੀ ਸੱਚੀ ਹੈ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਫਿਰ ਤੇਰਾ ਹੁਕਮ ਵੀ ਸੱਚਾ ਹੈ ਪਰਮੇਸ਼ਵਰ ਜੀ। ਜੋ ਜੀਵਾਂ ਦੇ ਉੱਤੇ ਤੂੰ ਹੁਕਮ ਚਲਾ ਰਿਹਾ ਹੈ, ਉਹ ਸੱਚਾ ਹੈ, ਸੱਚਾ ਫੁਰਮਾਨ। ਤੇ ਤੇਰਾ ਫੁਰਮਾਨ ਵੀ ਸੱਚਾ ਹੈ। ਸਾਧ ਸੰਗਤ, ਦੋ ਸ਼ਬਦ ਨੇ, ਹੁਕਮ ਤੇ ਫੁਰਮਾਨ। ਹੁਕਮ ਦਾ ਅਰਥ ਕਰਾਂਗੇ ਕਿ ਜੋ ਪਰਮੇਸ਼ਰ ਨੇ ਹੁਕਮ ਚਲਾਇਆ ਹੈ, ਜੋ ਆਰੰਭ ਕੀਤਾ ਹੈ। ਫੁਰਮਾਨ ਭਾਵ ਜਦੋਂ ਉਹ ਹੁਕਮ ਸਾਰਿਆਂ ਦੇ ਵਿੱਚ ਵਰਤ ਜਾਂਦਾ ਹੈ, ਜਦੋਂ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਹੈ, ਉਹਨੂੰ ਫੁਰਮਾਨ ਕਿਹਾ ਜਾਂਦਾ ਹੈ। ਸੱਚਾ ਹੈ ਉਹਦਾ ਹੁਕਮ, ਜੋ ਜੀਵਾਂ ਤਾਈਂ ਉਹ ਹੁਕਮ ਬਣਾਉਂਦਾ ਹੈ, ਨਿਯਮ ਬਣਾਉਂਦਾ ਹੈ, ਤੇ ਸੱਚਾ ਫੁਰਮਾਨ। ਫਿਰ ਉਹਨਾਂ ਨੂੰ ਲਾਗੂ ਕਰਦਾ ਹੈ, ਉਹ ਵੀ ਉਹਦਾ ਫੁਰਮਾਨ ਵੀ ਸੱਚਾ ਹੈ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨੀਸਾਨ। ਹੁਣ ਪਰਮੇਸ਼ਰ ਜਿਹੜੀਆਂ ਬਖਸ਼ਿਸ਼ਾਂ ਕਰਦਾ ਹੈ, ਕਰਮ ਦਾ ਅਰਥ ਬਖਸ਼ਿਸ਼ ਕਰਾਂਗੇ, ਜਿਹੜੀ ਜੀਵਾਂ ਦੇ ਉੱਤੇ ਰਹਿਮਤ ਕਰਦਾ ਹੈ, ਬਖਸ਼ਿਸ਼ਾਂ ਕਰਦਾ ਹੈ ਜੀਵਾਂ ਉੱਤੇ, ਉਹਦੀਆਂ ਬਖਸ਼ਿਸ਼ਾਂ ਵੀ ਸੱਚੀਆਂ ਹਨ। ਤੇ ਫਿਰ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰਕੇ, ਜਿਨ੍ਹਾਂ ਨੂੰ ਨਾਮ ਦੀ ਦਾਤ ਦੇ ਕੇ ਉਹਨਾਂ ਦੇ ਮੱਥੇ 'ਤੇ ਨਾਮ ਦਾ ਨਿਸ਼ਾਨ ਪਾਉਂਦਾ ਹੈ, ਉਹ ਨਿਸ਼ਾਨ ਵੀ ਸੱਚਾ ਹੈ। ਭਾਵ ਜਿਨ੍ਹਾਂ ਦੇ ਮਸਤਕ 'ਤੇ ਨਿਸ਼ਾਨ ਨਾਮ ਦਾ ਪਾ ਦਿੱਤਾ, ਜਿਨ੍ਹਾਂ ਨੂੰ ਪਰਮੇਸ਼ਰ ਨੇ ਜਪਣ ਦਾ ਰਸਤਾ ਦੱਸ ਦਿੱਤਾ, ਉਹ ਫਿਰ ਉਹਨਾਂ ਦੇ ਮੱਥੇ 'ਤੇ ਨਾਮ ਦਾ ਨਿਸ਼ਾਨ ਪੈ ਗਿਆ, ਫਿਰ ਉਹ ਪਰਮੇਸ਼ਰ ਦੇ ਦਰ 'ਤੇ ਕਬੂਲ ਹੋ ਗਏ। ਇਹ ਜਿਹੜਾ ਨਿਸ਼ਾਨ ਹੈ ਪਰਮੇਸ਼ਰ ਜੀ, ਇਹ ਵੀ ਤੁਹਾਡਾ ਸੱਚਾ ਹੈ।
सच्चा तेरा कर्म सच्चा निशान। सच्चे तुद आख है लख करोड़। फिर परमेश्वर जी सारे संसार के लखां करोड़ां जीव तेनू सच्चा कह रहे, सारे ही तेनू सच्चा कह के तेरी उपमा कर दे। सच्चे तुद आखै लख करोड़, जिन्ने जीव संसार ते हैं लखां करोड़ां जीव तेनू सच्चा कह के तेरी उपमा दे विच लगे हुए हैं। सच्चै सब तान सच्चै सब जोर, सच्चै सब तान। परमेश्वर फिर तुसी जो जीवां नूं बल दिता है, जो ताकत दिती है, वो भी सच्ची है। क्योंकि जीवां नूं जे तुसी बल नहीं देंदे तो जीव कोई कारज नहीं कर सकते। सारे जीवां दे अंदर तुसी एक रस हो के व्यापक हो, सब नूं ताण दिता है, सब नूं जोर दिता है चलण दा, फिरन दा, कारज करन दा। ये सारा तुहाडा ही ताण, तुहाडा ही जोर है। सच्चै सब तान सच्चे सब जोर। सच्ची तेरी सिफत सच्ची सालाह। फिर परमेश्वर जी तुहाडी जिहड़ी सिफत सलाह है वो भी सच्ची है। जिहड़े जीव आप जी की सिफत करते आ, आप जी की सिफत सलाह करते आ, आप जी का नाम जपते आ, सिमरन करते आ, बंदगी करते आ, ये भी सच्ची है। सच्ची तेरी सिफत सच्ची सालाह। सच्ची तेरी कुदरत सच्चे पातशाह। फिर अकाल पुरख जी सच्चे पातशाह जी, ये तेरी कुदरत जिन्नी साजी हुई है, ये तेरा समुच्चा पसारा सच्चा है। सच्ची तेरी कुदरत सच्चे पातशाह। ये सच्चे पातशाह जी आप जी की कुदरत सच्ची है। नानक सच ध्याए न सच। सतगुरु कहते आ नानक सच, वो परमेश्वर सच्चा है, ध्याए न सच, तो उन्होंने ध्यान वाले, उन्होंने जपण वाले, ਉਹਦਾ गुणगान करने वाले भी सच्चे हैं। नानक सच ध्याए न सच, ध्यान वाले भी सच्चे हैं तो परमेश्वर भी सच्चा है। जो मर जम्मे सो कच निकच, जो मर जम्मे सो कच निकच। तो कच्चा कौन है? जिहड़ा जमदा ते मरदा है, जिहड़ा वार वार जन्म ते मरण के चक्कर च आउंदा है, वो सतगुर कहंदे कच्चा है। बाकी संसार ते हर चीज़ स्थिर है, सच्ची है। तो जिहड़ा मनुख आउंदा जांदा है वो कच्चा है, कच्चे तो भी कच्चा है। कहण तो भाव सतगुरां ने इस श्लोक च परमेश्वर की अकाल पुरख की सर्वगता नूं बयान किया है कि वो अकाल पुरख परमात्मा है सच्चा, उहदा बनाया सारा संसार सच्चा है। पर किहदे नाल सच्चा है? क्योंकि उहदा नाम जिहड़ा सारिਆਂ ਦੇ ਵਿੱਚ ਵਰਤ ਰਿਹਾ, ਉਹਦਾ नाम हर किसी ਦੇ ਵਿੱਚ है। तो जीव भी सच्चे हैं ਜਿਹੜੇ ਉਹਦੀ ਸਿਫਤ ਸਲਾਹ ਕਰਦੇ ਹਨ। तो झूठे कौन हैं? कच्चे कौन हैं? ਜਿਹੜੇ ਉਹਦੀ सिफत सलाह नहीं करते, ਜਿਹੜੇ जन्म मरण के चक्करां च आउंदे आ, ਉਹ कच्चे हैं। बाकी सारा संसार सच्चा है। महला पहला। हुण सतगुरां ने इस श्लोक के अंदर ये दूसरा श्लोक शुरू होने लगा इस पौड़ी के नाल दा। सतगुरां ने बख्शिश की परमेश्वर की कितनी क वड्डी वडियाई है। पहलों सच्चा कह के वडियाया है, हुण परमेश्वर नूं उहदी वडियाई कितनी क है उहदे नाल सतगुरु बख्शिश करते हैं। महाराज कहते वड्डी वडियाई जा वड्डा नाओ। परमेश्वर की वडियाई वड्डी है। क्यों? क्योंकि उसका नाम वड्डा है। क्योंकि नाम वड्डा इस करके है कि नाम दे नाल ही सांझ परमेश्वर नाल पै सकदी। जे नाम ना होवे ते मनुख परमेश्वर नाल जुड़ ना सके। नाम दे नाल परमेश्वर नाल सांझ पैंदी है। इस करके उस परमेश्वर का नाम वड्डा है, तां करके उस परमेश्वर की वडियाई वड्डी है। वड्डी वडियाई जां सच ने आओ। फिर परमेश्वर जी तुहाडी वडियाई वड्डी है क्योंकि सच न्याओ, तुसी सच्चा न्याय करते हो। सब नाल हर किसी दे नाल तुसी न्याय करते हो, अन्याय नहीं करते। वड्डी वडियाई जां नेचल थाओ। फिर तुहाडी वडियाई इस करके परमेश्वर जी वड्डी है क्योंकि नेचल थाओ, तुसी अटल हो, नेचल हो, चलाएमान नहीं हो, एक रस वरत रहे हो हर जगह के उत्ते। इस करके आप जी की वडियाई वड्डी है। नेचल थाओ, टिके हुए हो तुसी,
ਆਸਣ ਲਾ ਕੇ ਸੰਸਾਰ ਦੇ ਵਿੱਚ। ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਹੈ ਪਰਮੇਸ਼ਰ ਜੀ ਆਪ ਜੀ ਦੀ, ਕਿਉਂਕਿ ਆਪ ਜੀ ਜਾਣੇ ਆਲਾਓ। ਆਲਾਓ ਦਾ ਅਰਥ ਹੁੰਦਾ ਹੈ ਸਾਡੇ ਮਨ ਦੀਆਂ ਜਾਣਨ ਵਾਲਾ। ਆਲਾਓ ਦਾ ਉਂਝ ਅਰਥ ਹੁੰਦਾ ਹੈ ਭਾਸ਼ਾ। ਪਰਮੇਸ਼ਰ ਜੀ ਜੋ ਮਨੁੱਖ ਬੋਲਦਾ ਹੈ, ਜੋ ਜੀਵ ਬੋਲਦਾ ਹੈ, ਉਹਨੂੰ ਜਾਣਨ ਵਾਲੇ ਹੋ, ਸਮਝਣ ਵਾਲੇ ਹੋ। ਇਸ ਕਰਕੇ ਆਪ ਜੀ ਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਣੈ ਆਲਾਓ, ਵੱਡੀ ਵਡਿਆਈ ਬੁੱਝੈ ਸਭ ਭਾਓ। ਵਡਿਆਈ ਪਰਮੇਸ਼ਰ ਦੀ ਵੱਡੀ ਹੈ। ਕਿਉਂਕਿ ਉਹ ਪਰਮੇਸ਼ਰ ਬੁੱਝਦਾ ਹੈ ਸਭ ਭਾਓ, ਸਭ ਨੂੰ ਜਾਣਦਾ ਹੈ, ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਕਿ ਕੌਣ ਉਹਨੂੰ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਹੈ, ਕਿਹੜਾ ਕਿਹੜਾ ਪਿਆਰ ਦੇ ਨਾਲ ਸਿਮਰਦਾ ਹੈ। ਇਸ ਕਰਕੇ ਉਹਦੀ ਵਡਿਆਈ ਵੱਡੀ ਹੈ ਪਰਮੇਸ਼ਰ ਦੀ। ਵੱਡੀ ਵਡਿਆਈ ਬੁੱਝੈ ਸਭ ਭਾਓ, ਉਹ ਜੀਵਾਂ ਦਾ ਪਿਆਰ ਸਮਝਦਾ ਹੈ ਪਰਮੇਸ਼ਰ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਹਦੀ ਵਡਿਆਈ ਵੱਡੀ ਹੈ ਪਰਮੇਸ਼ਰ ਦੀ, ਕਿਉਂਕਿ ਉਹ ਜੇ ਕਿਸੇ ਨੂੰ ਦਾਤ ਦਿੰਦਾ ਹੈ ਨਾ, ਉਹ ਕਿਸੇ ਦੇ ਕੋਲੋਂ ਪੁੱਛਦਾ ਨਹੀਂ, ਕਿਸੇ ਨੂੰ ਪੁੱਛ ਕੇ ਦਾਤਾਂ ਨਹੀਂ ਵੰਡਦਾ। ਜਿਹਨੂੰ ਉਹਨੇ ਨਾਮ ਦੀ ਦਾਤ ਦੇਣੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਦਿੰਦਾ, ਕਿਸੇ ਦੇ ਕੋਲੋਂ ਪੁੱਛਦਾ ਨਹੀਂ। ਇਸ ਕਰਕੇ ਉਸ ਪਰਮੇਸ਼ਰ ਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਆਪੇ ਆਪ, ਪਰਮੇਸ਼ਰ ਦੀ ਵਡਿਆਈ ਵੱਡੀ ਹੈ ਕਿਉਂਕਿ ਉਹ ਆਪ ਹੀ ਹੈ ਸਾਰਾ ਕੁਝ, ਹਰ ਜਗ੍ਹਾ 'ਤੇ ਫੈਲਿਆ ਹੋਇਆ, ਹਰ ਜੀਵ ਦੇ ਅੰਦਰ ਉਹ ਪਰਮੇਸ਼ਰ ਆਪ ਹੈ। ਇਸ ਕਰਕੇ ਉਸ ਪਰਮੇਸ਼ਰ ਦੀ ਵਡਿਆਈ ਵੱਡੀ ਹੈ। ਨਾਨਕ ਕਾਰ ਨਾ ਕਥਨੀ ਜਾਏ, ਸਤਿਗੁਰ ਕਹਿੰਦੇ ਪਰਮੇਸ਼ਰ ਦੀ ਜਿਹੜੀ ਕਾਰ ਹੈ ਨਾ, ਉਹ ਕਥਨੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਕਾਰ ਭਾਵ ਉਹ ਕੀ ਕਾਰਜ ਉਹਦਾ ਸੰਸਾਰ 'ਤੇ ਚੱਲ ਰਿਹਾ ਹੈ, ਕਿਵੇਂ ਇਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਹਦੀ ਇਹ ਕਾਰ ਕਹੀ ਨਹੀਂ ਜਾ ਸਕਦੀ, ਕਥਨ ਨਹੀਂ ਕੀਤੀ ਜਾ ਸਕਦੀ। ਕੀਤਾ ਕਰਨਾ ਸਰਬ ਰਜਾਏ, ਜਿੰਨਾ ਕੁਝ ਉਹਨੇ ਕੀਤਾ ਹੈ, ਜਿੰਨਾ ਕੁਝ ਉਹਨੇ ਬਣਾਇਆ ਹੈ, ਅਤੇ ਜਿੰਨਾ ਕੁਝ ਉਹ ਕਰੇਗਾ ਜਾਂ ਕਰ ਰਿਹਾ ਹੈ, ਸਰਬ ਰਜਾਏ, ਉਹ ਸਾਰਾ ਕੁਛ ਉਹਦੀ ਰਜਾ ਦੇ ਵਿੱਚ ਹੈ। ਪਰਮੇਸ਼ਰ ਦੀ ਅਕਾਲ ਪੁਰਖ ਦੀ ਰਜਾ ਵਿੱਚ ਹੈ ਹਰ ਕੁਛ, ਜੋ ਵੀ ਉਹ ਬਣਾਇਆ ਹੈ ਉਹਨੇ, ਜੋ ਵੀ ਉਹ ਬਣਾਵੇਗਾ। ਇਸ ਕਰਕੇ ਕੀਤਾ ਕਰਨਾ ਸਰਬ ਰਜਾਏ, ਉਹਦੀ ਰਜਾ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਹੈ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮਹੱਲਾ ਦੂਜਾ ਸਤਿਗੁਰਾਂ ਦਾ ਸਲੋਕ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਸਤਿਗੁਰਾਂ ਨੇ ਦੱਸਿਆ ਕਿ ਉਹਦੀ ਵਡਿਆਈ ਵੱਡੀ ਹੈ। ਪਰਮੇਸ਼ਰ ਸੱਚਾ ਹੈ, ਉਹਦੇ ਬ੍ਰਹਿਮੰਡ ਖੰਡ ਸਾਰਾ ਕੁਝ ਸੱਚਾ ਹੈ। ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਸੰਸਾਰ ਜਿਹੜਾ ਉਹ ਚਲਾਏਮਾਨ ਹੈ, ਖਤਮ ਹੋਣ ਵਾਲਾ ਹੈ, ਸੱਚਾ ਨਹੀਂ ਹੈ। ਅਤੇ ਪਰ ਸਤਿਗੁਰਾਂ ਨੇ ਕਿਹਾ ਉਹਦੇ ਖੰਡ ਬ੍ਰਹਿਮੰਡ ਸਾਰਾ ਕੁਝ ਸੱਚਾ ਹੈ। ਇਹ ਕਿਵੇਂ ਦੀ ਗੱਲ ਹੋਈ? ਅਤੇ ਸਤਿਗੁਰਾਂ ਨੇ ਪ੍ਰੋੜਤਾ ਕੀਤੀ ਹੈ ਗੁਰੂ ਅੰਗਦ ਦੇਵ ਮਹਾਰਾਜ ਨੇ। ਸਤਿਗੁਰੂ ਕਹਿੰਦੇ ਇਹ ਤਾਂ ਸੱਚਾ ਹੈ ਕਿਉਂਕਿ ਉਹ ਪਰਮੇਸ਼ਰ ਆਪ ਇਹਦੇ ਵਿੱਚ ਵਸ ਰਿਹਾ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹਦਾ ਵਿੱਚ ਵਾਸ ਹੋਣ ਕਰਕੇ ਇਹ ਸਾਰਾ ਕੁਝ ਸੱਚਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਇਹ ਕੋਠੜੀ ਹੈ ਛੋਟੀ ਜੀ ਬਣਾਈ ਹੋਈ ਉਸ ਪਰਮੇਸ਼ਰ ਦੀ। ਇਹ ਸਾਰਾ ਸੰਸਾਰ, ਇਹ ਬ੍ਰਹਿਮੰਡ, ਜਿੰਨਾ ਕੁਝ ਉਹਨੇ ਫੈਲਾਇਆ ਹੈ, ਜੋ ਪਹਿਲੇ ਸਲੋਕ 'ਚ ਜਿਹੜੀ ਗੱਲ ਆਈ ਹੈ, ਇਹ ਸਾਰਾ ਕੁਝ ਸੱਚਾ ਹੈ। ਕਿਉਂ ਸੱਚਾ ਹੈ? ਕਿਉਂਕਿ ਇਹਦੇ ਵਿੱਚ ਉਸ ਪਰਮੇਸ਼ਰ ਦਾ ਵਾਸ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚਾ ਕਾ ਵਿੱਚ ਵਾਸ। ਇਹ ਕੋਠੜੀ ਹੈ ਪਰਮੇਸ਼ਰ ਦੀ, ਸਾਰਾ ਸੰਸਾਰ, ਅਤੇ ਇਹਦੇ ਵਿੱਚ ਉਹਦਾ ਆਪਣਾ ਵਾਸਾ ਹੈ ਪਰਮੇਸ਼ਵਰ ਦਾ। ਉਹ ਸਾਰਾ ਕੁਝ ਬਣਾ ਕੇ ਇਹਦੇ ਵਿੱਚ ਆਪ ਬੈਠਾ ਹੋਇਆ ਹੈ, ਤਾਂ ਕਰਕੇ ਸੱਚਾ ਹੈ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿੰਦੇ ਇੱਕ ਨਾ ਨੂੰ, ਕਈਆਂ ਨੂੰ ਪਰਮੇਸ਼ਰ ਜਿਹੜਾ ਹੈ ਇੱਕ ਨਾ ਹੁਕਮ ਸਮਾਏ, ਹੁਕਮ ਦੇ ਵਿੱਚ ਆਪਣੇ ਨਾਲ ਮਿਲਾ ਲੈਂਦਾ, ਆਪਣੇ ਵਿੱਚ ਸਮਾ ਲੈਂਦਾ ਹੈ। ਇੱਕ ਨਾ ਹੁਕਮੈ ਕਰੇ ਵਿਨਾਸ਼, ਇੱਕ ਨਾ ਨੂੰ ਹੁਕਮ ਦੇ ਵਿੱਚ ਹੀ ਵਿਨਾਸ਼ ਕਰਦਾ ਹੈ, ਖਤਮ ਕਰਦਾ ਹੈ, ਵਾਰ-ਵਾਰ ਜੰਮਣ ਮਰਨ ਦੇ ਚੱਕਰਾਂ 'ਚ ਲੈ ਕੇ ਆਉਂਦਾ ਹੈ। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ।
इकना नूं परमेश्वर ने भाणे दे नाल कढ लिया माया दे विचों। उन्हां नूं माया नहीं व्यापण दित्ती, उन्हां नूं सत संगत की बख्शिश कर दित्ती। ते इकना नूं कुछ जिहड़े सन उन्हां नूं माया दे विच खचित कर दित्ता। इकना भाणे कढ लए, अपने भाणे दे नाल हुक्म दे नाल माया जो कढ के सत संगत नाल कईयां नूं जोड़ता, कईयां नूं बंदगी की दात दे दित्ती, कईयां नूं सिमरन की दात दे दित्ती। इकना माया विच निवास, इकना नूं माया दे विच ही ला दित्ता। वो दिन रात माया दे विच ही लगे हुए आ। ये परमेश्वर के हुक्म च सारा कुछ हो रहा। ए पे आख ना जापाई जे किसै आणे रास। एव पे आख ना जापाई, ये भी कोई कह नहीं सकता जे किसे आणे रास कि वह परमेश्वर किहड़े वेले किन्नू बख्शिश करके ते परमेश्वर के नाम चला देवे। किसी माड़े जीवन वाले नूं ऐसी बख्शिश करे कि उन्होंने भजन बंदगी दे वल ला देवे, उन्होंने सिमरन वल ला देवे, उन्होंने जप तपी बना देवे, उन्होंने संत बना देवे। ये परमेश्वर के हुक्म दे विच है। एव पे आख ना जापई, मनुख नहीं कुछ भी कह सकता। एव पे आख ना जापई जे किसै आणे रास। नानक गुरमुख जानिए जाको आप करे परगास। नानक गुरमुख जानिए, सतगुरु ये सारा कुछ पता किवें लगदा है कि परमेश्वर इस तरह हुक्म चलाउंदा है, इस तरह वो सच्चे ब्रह्मंड सच्चे खंड सारा कुछ सच्चा है, उसकी वडियाई वड्डी है। ये सारा कुछ पता किवें लगदा है। तो महाराज कहते हैं जिन्हां दा मुख गुरु वालों हो गया, जिन्हां दा मुख गुरु दे वालों हो गया, नानक गुरमुख जानिए। वो गुरमुख जन जान लेंदे आ जिहड़े गुरु वालों तुरे, जिन्हां ने गुरु वालों मुख कीता ते गुरु ने उस परमेश्वर का हुक्म दस दिता कि आ उहदा हुक्म है, तो इस तरह परमेश्वर कार कमाउंदा है। नानक गुरमुख जानिए जाको आप करे बरगास। जिन्हां दे आप हिरदे दे विच वो आप प्रगास करता है, उन्होंने सारा कुछ सारी लखियता करा दिंदा है परमेश्वर। ऐसा वो अकाल पुरख परमात्मा है। सो ये तीन जिहड़े श्लोक हैं इन्हां च सतगुरां ने बख्शिश की है कि परमेश्वर के खंड ब्रह्मंड सारा पसारा सच्चा है। क्यों सच्चा है? क्योंकि परमेश्वर ये आप वस रहा है, तां करके सच्चा है। ये उसकी कोठड़ी बनाई हुई है। कोठड़ी होंदी छोटी जी, परमेश्वर कोठड़ी दे विच बैठा होया है संसार दे विच, ते इत्थे बैठा होया वो जीवां नूं कोई किसे नूं माया दे विच निवास कराया है, किसे नूं भगती विच लाया है, किसे नूं किसे कार ते लाया। ये उहदे हुक्म च सारा कुछ हो रहा है। तो जे इस हुक्म नूं समझना होवे ते फिर गुरु द्वारा समझिया जाता है। नानक गुरमुख जानिए जाको आप करे प्रगास। गुरु द्वारा इस हुक्म की प्राप्ति होंदी है। गुरु द्वारा पता लगता है कि किवें परमेश्वर सारी सृष्टि नूं चला लिया। पौड़ी हुण सतगुरु पौड़ी के अंदर बख्शिश करते हैं। नानक जी उपाय कै लिख नावै धर्म बहालिया। परमेश्वर ने जीवां नूं पाया है, बनाया है, हुक्म दे विच साजिया है, तो उन्होंने दे कर्मां नूं लिखण वास्ते लिख नावै धर्म बहालिया। धर्म राजा पैदा कर दिता जिहड़ा जीवां दे चंगे माड़े कर्मां दी विचार लिख रहा है। नानक जी उपायक है। परमेश्वर ने आप जी बनाए है, सारे संसार नूं साजिया है, इहदे विच जीवां नूं बनाया है, तो जीवां नूं बना के उन्हां दे जिहड़ा सच झूठ निंदिया दी जिहड़ी विचार लिखण वास्ते परमेश्वर ने धर्म राजे नूं बहालिया है। लिख नावै धर्म बहालिया। उथै सच्चे ही सच निबड़ै चुन वख कढे जज मालिया। उस परमेश्वर की कचहरी विच, उस धर्म राजे की कचहरी दे विच परमेश्वर के हुक्म दे नाल उत्थे सच्चा ही सच निबड़ै। उस जगह के उत्ते सच ही जिहड़ा चलदा है, उस जगह के उत्ते कोई झूठ नहीं बोल सकता। संसार की कचहरी च मनुख झूठ बोल के कोई गवाहां नूं खरीद के कुछ ना कुछ करके झूठ बोल के बच जाएगा, पर परमेश्वर सच्चे की कचहरी च सच वरतदा है, उत्थे कोई नहीं बचदा। उस कचहरी विच जिथे कर्मां दा लेखा होना है। सतगुरु कहंदे उत्थे सच्चे ही सच निबड़ै चुन वख कढे जज मालिया। उन्हां नूं चुन के वख कर दिता जाता है। किन्हां नूं? जिहड़े मंदे कर्मी हैं। जजमालिया भाव माड़े कर्मां वाले हैं, जिन्हां ने मंदे कर्म कमाए संसार के,
उन्होंने चुन के वख कढ़ दिता जाता है। उत्थे उस जगह के उत्ते जिथे परमेश्वर ने एक कचहरी स्थापित की हुई है, उत्थे सच्चे ही सच निबड़ै चुन वख कढ़े जजमालिया। थाओ ना पाइन कूड़ियार मोह कालै दोजक चालिया। उस जगह के उत्ते कूड़ियार भाव झूठे लोग उस जगह ते नहीं टिकते परमेश्वर की कचहरी में। उन्होंने फिर दोजक चालिया, उन्हों का मूँह काला करके उन्होंने दोजक दे विच, दोजक दा अर्थ हुंदा नरक, नरक दे विच धक्या जाता है। जिहड़े मनुख मंदे कर्म करते हैं, जिन्हों ने सारी उम्र परमेश्वर नूं जपिया ही नहीं, जिन्हों ने उन्होंने कभी ध्यान दे विच लिआंदा ही नहीं, उन्हां मनुखां नूं, उन्हां जीवां नूं परमेश्वर थाओ ना पाइन कूड़ियार, उस जगह के उत्ते उन्हां दा कोई था नहीं हुंदा, उस जगह ते टिकाऊ नहीं हुंदा। उन्हां दे मूँह काले करके मोह कालै दोजक चालिया, उन्होंने नरक दे विच धक्या जाता है। तेरे नाए रते से जिण गए हार गए से ठगण वालिया। तेरे नाए रते, जिन्हों ने तेरे नाम दे विच अपने आप नूं ला लिया, जिहड़ा तू सच्चा नाम पैदा किया है, जिन्हों ने वो नाम जप लिया, तेरे नाए रते से जिण गए, वो जित गए इस संसार की बाजी, वो जित गए इस संसार दे विच रह के अपने आप दे उत्ते जिन्हों ने काबू पा लिया, अपने मन ते जित प्राप्त कर ली। वो मनुख नाम दे नाल उन्हां दी वडियाई होई। तेरे नाए रते से जिण गए, जिन्हों ने नाम दे विच अपना आपा रंग लिया, वो संसार की बाजी जित गए। हार गए से ठगण वालिया, जिन्हों ने संसार ते आके सिर्फ ठगियां कमाईयां, जिन्हों ने हमेशा ही बुरे कर्म किए, जिन्हों ने सिर्फ माया के नाल ही मोह पाई रखिया, वो हार के चले गए संसार तो। लिख नावै धर्म बहालिया। सतगुरु कहते जिन्हों ने मंदे कर्म किए भावें चंगे किए है, उन्होंने लिखण वास्ते परमेश्वर ने धर्म राजा भालिया होया। लिख नावै धर्म बहालिया, जिन्हों ने जिहड़े नाम दे विच रते गए उन्हों का लेखा खत्म हो गया। क्यों? क्योंकि वो जित गए तो उन्हों का लेखा खत्म हो गया। पर जिन्हों ने परमेश्वर नूं नहीं जपिया, जिहड़े ठगियां च लगे रहे, जिहड़े परमेश्वर नूं भुल गए, उन्हों का की होया? उन्हों का फिर लेखा धर्म राजे ने लिखिया, फिर उन्हों के कर्मां की विचार हुई तो उन्होंने नरकां दे विच धक्या गया। ऐसा जिहड़ा परमेश्वर का हुक्म है। सो समुची विचार सतगुरां ने यह दसी है कि भाई संसार का सारे खंड ब्रह्मंड सारा संसार सच्चा है। क्यों सच्चा है? क्योंकि परमेश्वर ये विच आप वस रहा है, तो उहदे हुक्म दे विच सारा कुछ चल रहा है, तो उहदी वडियाई वड्डी है, उहदा न्याय वड्डा है, उहदा थां निचल है, वो सारियां दी दिलां दी जानण वाला, इस करके उहदी वडियाई वड्डी है, तो उहदी वडियाई नूं जपीए। फिर उस तो बाद सतगुरु कहते हैं कि ये परमेश्वर की कोठड़ी है सारा संसार, तो इस कोठड़ी दे विच हुक्म दे विच जीव आउंदे आ, तो हुक्म दे विच कार कमा के इत्थों चले जाते हैं। तो पुछिए पातशाह फिर सानू हुक्म का पता किवें लगे, सानू किवें पता लगे सारा कुछ सच है, सानू किवें पता लगे कि परमेश्वर का नाम सच्चा है, सानू वड़ी वडियाई का किवें पता लगे। तो सतगुरु कहते जिन्हों ने गुरुमुख हो करके गुरु के वल मुख करके आपा गुरु तो कुर्बान कर दिता, उन्हों के अंदर सतगुरु ने प्रगास किया, तो उन्होंने सारा कुछ पता कर दिता कि भाई ये कुछ संसार की कार है। फिर उन्होंने की किया? वो फिर सच्चा ही सच निबड़े चुन वख कढ़े जजमालिया। फिर वो सच्चे हो गए, उन्होंने वख करके उन्होंने परमेश्वर ने अपने कोल रखिया, अपने नाल रला लिया, तो जिन्हों ने हुक्म मन्निया नहीं, जिहड़े गुरु कोल आए नहीं, उन्होंने चुन के वख कढ़ के नरकां वालों धक्या गया। ऐसी परमेश्वर की जिहड़ी है वो हुक्म रूपी सारे संसार की कार चल रही है। सो सतगुरां ने यही बख्शिश की है भाई, जीवन जे बनाना है तो परमेश्वर के गुरु के द्वारे ते आके गुरु द्वारा प्रगास लैके, गुरु द्वारा नानक गुरमुख जानिए जाको आप करे प्रगास, गुरु द्वारा सिक्ख्या लैके जीवन जीवीए। ये ना होवे कि कल नूं नरकां वालों धक्के जाइए, परमेश्वर का नाम जपीए, तेरे नाए रते से जिण गए, जितीए इस संसार की बाजी नूं, हार गए से ठगण वालिया। ये ना होवे कि हार के
इस संसार तो चले जाइए। सो इन्नियां बख्शिशां सतगुरां ने कीतियां। सतगुरु कहते जे हार के चले गए फिर लिख नावे धर्म बहालिया। फिर परमेश्वर ने धर्म राजा तो बहालिया ही होया है जिहड़ा मनुख के कर्मां दी विचार कर रहा। सो इन्नियां क बेनतियां आप जी ने प्रवान करनियां। 2 पौड़ियां की समाप्ति इत्थे हो चुकी है। वाहिगुरू बख्शनहार है, आप संगत बख्शनहार है। बुलाओ फतेह जी। वाहिगुरू जी का खालसा, वाहिगुरू जी की फतेह।